हाँ जी, सत श्री अकाल सारिਆਂ ਨੂੰ। ਅੱਜ ਮੈਂ ਤੁਹਾਡੇ ਸਾਹਮਣੇ ਫਿਰ ਤੋਂ ਹਾਜ਼ਰ ਹਾਂ ਆਪਣੀ ਨੈਕਸਟ ਵੀਡੀਓ ਲੈ ਕੇ। ਤੇ ਅੱਜ ਦਾ ਜਿਹੜਾ ਟੌਪਿਕ ਹੈਗਾ ਉਹ ਹੈ MCQ ਮਲਟੀਪਲ ਆਨਸਰਸ ਇਨ ਦੀ ਰੀਡਿੰਗ ਸੈਕਸ਼ਨ ਦੀ ਗੱਲ ਮੈਂ ਕਿਉਂ ਮੈਂਸ਼ਨ ਕੀਤੀ ਹੈ ਕਿਉਂਕਿ ਸੇਮ MCQ ਮਲਟੀਪਲ ਆਨਸਰਸ ਤੁਹਾਨੂੰ ਲਿਸਨਿੰਗ ਸੈਕਸ਼ਨ ਦੇ ਵਿੱਚ ਵੀ ਹੈਗਾ। ਤੇ MCQ ਮਲਟੀਪਲ ਆਨਸਰ ਇਜ਼ ਦੀ ਸੈਕੰਡ ਮੋਡਿਊਲ ਆਫ ਦੀ ਰੀਡਿੰਗ ਸੈਕਸ਼ਨ। ਜਿਹੜਾ ਫਰਸਟ ਮੋਡਿਊਲ ਸੀਗਾ ਜੋ ਅਸੀਂ ਕੱਲ ਡਿਸਕਸ ਕੀਤਾ ਸੀਗਾ ਮੈਂ ਆਪਣੀ ਲਾਸਟ ਵੀਡੀਓ ਦੇ ਵਿੱਚ, ਉਹ ਸੀਗਾ ਰੀਡਿੰਗ ਐਂਡ ਰਾਈਟਿੰਗ ਫਿਲਿੰਗ ਦਾ ਬਲੈਂਕਸ। ਬਟ ਜਿਹੜਾ ਨੈਕਸਟ ਮੋਡਿਊਲ ਹੈਗਾ ਉਹ ਹੈਗਾ MCQ ਮਲਟੀਪਲ ਆਨਸਰਸ ਤੇ ਇਹ ਸੈਕੰਡ ਮੋਡਿਊਲ ਰਹੇਗਾ ਐਂਡ ਇਟ ਕੰਟਰੀਬਿਊਟ ਇਨ ਰੀਡਿੰਗ ਸੈਕਸ਼ਨ ਓਨਲੀ। ਤੇ ਜਿਹੜੀ ਇਹਦੀ ਕੰਟਰੀਬਿਊਸ਼ਨ ਹੈਗੀ ਹੈ ਮਾਰਕਸ ਦੀ ਉਹ ਸਿਰਫ ਰੀਡਿੰਗ ਸੈਕਸ਼ਨ ਦੇ ਵਿੱਚ ਰਹੇਗੀ ਐਂਡ ਇਟ ਵਿਲ ਕੰਟਰੀਬਿਊਟ 3 ਮਾਰਕਸ ਇਨ ਰੀਡਿੰਗ ਸੈਕਸ਼ਨ। ਇਹਦੀ ਜਿਹੜੀ ਕੰਟਰੀਬਿਊਸ਼ਨ ਹੈ ਮਾਰਕਸ ਦੀ ਉਹ ਕਾਫੀ ਘੱਟ ਹੈ, ਸਿਰਫ 3 ਮਾਰਕਸ ਦੀ ਕੰਟਰੀਬਿਊਸ਼ਨ ਹੈ। ਸੋ ਤੁਸੀਂ ਇਹਦੇ ਵਾਸਤੇ ਕੋਈ ਸਪੈਸ਼ਲ ਆਪਣਾ ਟਾਈਮ ਜਾਂ ਕੋਈ ਸਟ੍ਰੈਟਜੀ ਨਹੀਂ ਬਣਾਉਣੀ ਕਿ ਤੁਸੀਂ ਇਹਨੂੰ ਅਲੱਗ ਤੋਂ ਕੋਈ ਪ੍ਰੈਕਟਿਸ ਕਰਨੀ ਹੈ। ਜਦੋਂ ਵੀ ਤੁਹਾਡੇ ਕੋਲ ਫ੍ਰੀ ਟਾਈਮ ਹੈ ਜਾਂ ਤੁਸੀਂ ਫ੍ਰੀ ਬੈਠੇ ਹੋ ਤਾਂ ਤੁਸੀਂ ਇਸ ਮੋਡਿਊਲ ਦੀ ਪ੍ਰੈਕਟਿਸ ਕਰ ਸਕਦੇ ਹੋ। ਅਦਰਵਾਈਜ਼ ਅਗਰ ਤੁਸੀਂ ਨਹੀਂ ਵੀ ਪ੍ਰੈਕਟਿਸ ਕਰਨੀ ਹੈ ਤਾਂ ਜਸਟ ਇਹਨੂੰ ਇੱਕ ਵਾਰ ਚੈੱਕ ਕਰ ਲਓ ਕਿ ਤੁਸੀਂ ਇਸ ਮੋਡਿਊਲ ਨੂੰ ਅਟੈਂਪਟ ਕਿਵੇਂ ਕਰਨਾ ਹੈ। ਤੇ ਉਸ ਤੋਂ ਬਾਅਦ ਸਿੱਧਾ ਤੁਸੀਂ ਡਾਇਰੈਕਟਲੀ ਮੌਕਸ ਟੈਸਟ ਦੇ ਵਿੱਚ ਜਾਂ ਸੈਕਸ਼ਨ ਟੈਕਸਟ ਦੇ ਵਿੱਚ ਇਹਨੂੰ ਅਟੈਂਪਟ ਕਰ ਸਕਦੇ ਹੋ। ਮਤਲਬ ਡਿਫਰੈਂਟ ਟਾਈਮ ਟੇਬਲ ਜਾਂ ਡਿਫਰੈਂਟ ਸਟ੍ਰੈਟਜੀ ਦੀ ਤੁਹਾਨੂੰ ਇਸ ਦੇ ਵਿੱਚ ਕੋਈ ਲੋੜ ਨਹੀਂ ਹੈਗੀ। ਤਾਂ ਹੀ ਅਸੀਂ ਕਹਿੰਦੇ ਹਾਂ ਕਿ ਇਹ ਇੱਕ ਸਿੰਪਲ ਜਿਹਾ ਟਾਸਕ ਹੈ ਐਂਡ ਯੂ ਵਿਲ ਗੈਟ 1 to 2 ਕੁਐਸਚਨਸ ਇਨ ਦੀ ਫਾਈਨਲ ਐਗਜ਼ਾਮ। ਤੁਹਾਨੂੰ 1 ਤੋਂ 2 ਕੁਐਸਚਨਸ ਆਉਂਦੇ ਨੇ ਫਾਈਨਲ ਦੇ ਵਿੱਚ ਐਂਡ ਜਿਹੜਾ ਉਸ ਟੌਪਿਕ ਦਾ ਜਾਂ ਫਿਰ ਜਿਹੜਾ ਕੁਐਸਚਨ ਹੋਏਗਾ ਉਹਦਾ ਜਿਹੜਾ ਟੈਕਸਟ ਹੋਏਗਾ ਉਹ 300 ਵਰਡਸ ਤੱਕ ਵੇਰੀ ਕਰੇਗਾ। ਮਤਲਬ 200 to 300 ਵਰਡਸ ਆਉਣਗੇ ਪੈਰਾਗ੍ਰਾਫ ਦੇ ਵਿੱਚ। ਉਸ ਪੈਰਾਗ੍ਰਾਫ ਨੂੰ ਰੀਡ ਕਰਕੇ ਤੁਸੀਂ ਆਨਸਰ ਦੇਣਾ ਹੈ ਐਂਡ ਯੂਰ ਸਕੋਰ ਵਿਲ ਬੀ ਇਵੈਲੂਏਟਡ ਬੇਸਡ ਔਨ ਯੂਅਰ ਰੀਡਿੰਗ ਸਕਿੱਲਸ। ਜਿਵੇਂ ਆਪਾਂ ਗੱਲ ਕੀਤੀ ਹੈ ਕਿ ਜਿਹੜੀ ਇਹਦੀ ਕੰਟਰੀਬਿਊਸ਼ਨ ਹੈਗੀ ਹੈ ਉਹ ਸਿਰਫ ਰੀਡਿੰਗ ਸੈਕਸ਼ਨ ਦੇ ਵਿੱਚ ਹੈ। ਸੋ ਤੁਹਾਡੀ ਜਿਹੜੀ ਸਕਿੱਲ ਚੈੱਕ ਹੋਏਗੀ, ਜਿਹੜੀ ਸਕਿੱਲ ਅਸੈਸ ਹੋਏਗੀ ਉਹ ਸਿਰਫ ਰੀਡਿੰਗ ਦੀ ਹੀ ਹੋਏਗੀ। 3 ਮਾਰਕਸ ਇਨ ਰੀਡਿੰਗ। ਤੇ ਇਹਦੇ ਵਿੱਚ ਤੁਸੀਂ ਇੱਕ ਧਿਆਨ ਰੱਖਣਾ ਜੋ ਮੈਂ ਇੱਥੇ ਮੈਂਸ਼ਨ ਕੀਤਾ ਹੈ ਕਿ ਯੂ ਨੀਡ ਟੂ ਸਿਲੈਕਟ ਆਲ ਦੀ ਕਰੈਕਟ ਆਪਸ਼ਨਸ ਫਰੋਮ ਦੀ ਗਿਵਨ ਆਪਸ਼ਨਸ ਔਨ ਦੀ ਰਾਈਟ ਹੈਂਡ ਸਾਈਡ। ਜਦੋਂ ਤੁਸੀਂ ਫਾਈਨਲ ਦੇ ਵਿੱਚ ਇਹਨੂੰ ਅਟੈਂਪਟ ਕਰਦੇ ਹੋ ਤਾਂ ਲੈਫਟ ਹੈਂਡ ਸਾਈਡ ਤੇ ਤੁਹਾਡਾ ਪੈਰਾਗ੍ਰਾਫ ਗਿਵਨ ਹੁੰਦਾ ਤੇ ਰਾਈਟ ਹੈਂਡ ਸਾਈਡ ਤੇ ਤੁਹਾਡੇ ਨੰਬਰ ਆਫ ਕੁਐਸਚਨਸ ਗਿਵਨ ਹੁੰਦੇ ਨੇ ਪਲੱਸ ਆਨਸਰ। ਤੇ ਤੁਸੀਂ ਉੱਥੋਂ ਕਰੈਕਟ ਆਪਸ਼ਨ ਚੂਜ਼ ਕਰਨੀ ਹੈ। ਸੋ ਇੱਕ ਮਤਲਬ ਮਲਟੀਪਲ ਆਪਸ਼ਨਸ ਕਰੈਕਟ ਹੋਣਗੀਆਂ, ਕਦੇ ਵੀ ਇੱਕ ਆਪਸ਼ਨ ਕਰੈਕਟ ਨਹੀਂ ਹੋਏਗੀ। ਸੋ ਇਹ ਚੀਜ਼ ਦਾ ਧਿਆਨ ਰੱਖਣਾ ਹੈ ਕਿ 1 point for each correct option and there is negative marking for each incorrect option। ਜੇ ਮੰਨ ਲਓ ਤੁਸੀਂ 3 ਆਪਸ਼ਨਸ ਚੂਜ਼ ਕਰ ਰਹੇ ਹੋ ਤਾਂ ਉਹਦੇ ਵਿੱਚੋਂ 2 ਕਰੈਕਟ ਨੇ ਤੇ ਇੱਕ ਇਨਕਰੈਕਟ ਹੈ ਤਾਂ ਤੁਹਾਡੀ ਜਿਹੜੀ ਇਨਕਰੈਕਟ ਹੋਏਗੀ ਉਹਦੇ ਤਾਂ 0 ਪੁਆਇੰਟਸ ਮਿਲਣਗੇ ਪਲੱਸ ਜਿਹੜੀ ਤੁਹਾਡੀ ਕਰੈਕਟ ਸੀ ਉਹਦੇ ਵੀ 1 ਪੁਆਇੰਟ ਤੁਹਾਡਾ ਡਿਡਕਟ ਹੋਏਗਾ। ਸੋ ਜਦੋਂ ਵੀ ਤੁਸੀਂ ਇਸ ਕੁਐਸਚਨ ਨੂੰ ਅਟੈਂਪਟ ਕਰ ਰਹੇ ਹੋ ਤਾਂ ਇਸ ਚੀਜ਼ ਦਾ ਧਿਆਨ ਰੱਖਣਾ ਹੈ ਕਿ ਨੈਗੇਟਿਵ ਮਾਰਕਿੰਗ ਹੈ। ਫॉर एग्जांपल देयर आर 3 ऑप्शंस करेक्ट, 3 ਆਪਸ਼ਨਸ ਕਰੈਕਟ ਨੇ ਬਟ ਤੁਸੀਂ 2 ਆਪਸ਼ਨ ਠੀਕ ਕਰੈਕਟ ਕੀਤੀਆਂ ਤੇ ਇੱਕ ਤੁਸੀਂ ਗਲਤ ਚੂਜ਼ ਕਰ ਲਈ ਤਾਂ ਤੁਹਾਡੇ ਜਿਹੜੇ ਫਾਈਨਲ ਤੁਹਾਨੂੰ ਮਾਰਕਸ ਮਿਲਣਗੇ 2 ਪੁਆਇੰਟਸ ਦੀ ਜਗ੍ਹਾ ਤੁਹਾਨੂੰ 1 ਪੁਆਇੰਟ ਹੀ ਮਿਲੇਗਾ ਔਰ ਮਿਨੀਮਮ ਜਿਹੜਾ ਸਕੋਰ ਰਹੇਗਾ ਉਹ 0 ਰਹੇਗਾ। ਮਤਲਬ ਨੈਗੇਟਿਵ 'ਚ ਕੋਈ ਮਾਰਕਿੰਗ ਨਹੀਂ ਹੋਏਗੀ। ਮਤਲਬ ਦੂਜੇ ਸੈਕਸ਼ਨਸ ਦੇ ਵਿੱਚੋਂ ਜਾਂ ਨੈਕਸਟ ਕੁਐਸਚਨ ਦੇ ਵਿੱਚੋਂ ਕੋਈ ਮਾਰਕਿੰਗ ਤੁਹਾਡੀ ਮਤਲਬ ਸਕੋਰ ਘਟੇਗਾ ਨਹੀਂ, ਸਿਰਫ ਇਸੇ ਇੱਕ ਕੁਐਸਚਨ ਦੇ ਪਾਰਟਿਕੂਲਰ ਕੁਐਸਚਨ ਤੇ ਹੀ ਜਿਹੜਾ ਤੁਹਾਡਾ ਸਕੋਰ ਹੈ ਉਹ ਡਿਡਕਟ ਹੋਏਗਾ। ਸੋ ਚੂਜ਼ ਆਪਸ਼ਨਸ ਵਾਈਸਲੀ। ਇਹਦੀ ਕੋਈ ਸਟ੍ਰੈਟਜੀ ਨਹੀਂ ਹੈਗੀ, ਜਸਟ ਤੁਸੀਂ ਪੈਰਾਗ੍ਰਾਫ ਰੀਡ ਕਰਨਾ ਤੇ ਉਸ ਦੇ ਅਕੋਰਡਿੰਗ ਤੁਸੀਂ ਆਨਸਰਸ ਨੂੰ ਫਾਈਂਡ ਆਊਟ ਕਰਨਾ ਹੈ। ਸੋ ਮੈਂ 1-2 ਐਗਜ਼ਾਮਪਲਸ ਲਈਆਂ ਨੇ ਕਿ ਤੁਸੀਂ ਕਿਵੇਂ ਫਾਈਂਡ ਆਊਟ ਕਰਨਾ ਆਨਸਰਸ ਨੂੰ। ਤੇ ਜਦੋਂ ਤੁਸੀਂ ਇਹ ਜਿਹੜਾ ਐਗਜ਼ਾਮਪਲ ਹੈ AP ਯੂਨੀਅਨ ਤੋਂ ਲਿਆ ਮੈਂ, ਬਟ ਫਾਈਨਲ ਦੇ ਵਿੱਚ ਜਦੋਂ ਤੁਸੀਂ ਕੁਐਸਚਨ ਨੂੰ ਅਟੈਂਪਟ ਕਰਦੇ ਹੋ ਤਾਂ ਲੈਫਟ ਹੈਂਡ ਸਾਈਡ ਤੇ ਤੁਹਾਡਾ ਪੈਰਾਗ੍ਰਾਫ ਗਿਵਨ ਹੁੰਦਾ ਤੇ ਰਾਈਟ ਹੈਂਡ ਸਾਈਡ ਤੇ ਜਿਹੜੇ ਕੁਐਸਚਨਸ ਨੇ, ਮਤਲਬ ਇਹ ਕੁਐਸਚਨ ਹੈ ਕਿ ਤੁਸੀਂ ਇਹਦੇ ਵਿੱਚੋਂ ਇਸ ਦੇ ਅਕੋਰਡਿੰਗ ਆਨਸਰ ਚੂਜ਼ ਕਰਨੇ ਆ। ਤੁਹਾਡਾ ਕੁਐਸਚਨ ਜਿਹੜਾ ਹੈਗਾ ਸੌਫਟਵੇਅਰ ਨੇ ਇਹ ਪੁੱਛਿਆ ਵਿਚ ਆਫ ਦੀ ਫੋਲੋਇੰਗ ਡਜ਼ ਦੀ ਪੈਸੇਜ ਟੈਲ ਅਸ ਅਬਾਊਟ ਡਿਸੀਜ਼ਨ ਮੇਕਿੰਗ। ਮੀਨਸ ਜਿਹੜਾ ਇਹ ਪੈਰਾਗ੍ਰਾਫ ਹੈ ਇਹ ਡਿਸੀਜ਼ਨ ਮੇਕਿੰਗ ਦੇ ਰਿਲੇਟਡ ਹੈ ਤੇ ਇਹਦੇ ਵਿੱਚ ਸਾਨੂੰ ਕੀ ਦੱਸਿਆ ਗਿਆ ਅਕੋਰਡਿੰਗ ਟੂ ਡਿਸੀਜ਼ਨ ਮੇਕਿੰਗ। ਸੋ ਉਹਦੇ ਵਿੱਚੋਂ ਤੁਸੀਂ ਤੁਹਾਡੇ ਕੋਲ 5 ਆਪਸ਼ਨਸ ਗਿਵਨ ਨੇ A B C D and D। ਇਹਦੇ ਵਿੱਚੋਂ ਤੁਸੀਂ ਦੇਖਣਾ ਕਿ ਕਿੰਨੀਆਂ ਆਪਸ਼ਨਸ ਕਰੈਕਟ ਨੇ। ਸੋ ਉਸ ਦੇ ਅਕੋਰਡਿੰਗ ਤੁਸੀਂ ਆਪਣਾ ਪੈਰਾਗ੍ਰਾਫ ਰੀਡ ਕਰਨਾ ਹੈ। ਸੋ ਸਭ ਤੋਂ ਪਹਿਲਾਂ ਤੁਸੀਂ ਇੱਕ ਦਾ ਬੇਸਿਕ ਆਈਡੀਆ ਲੈ ਲਓ ਕਿ ਪੈਰਾਗ੍ਰਾਫ 'ਚ ਐਕਚੁਅਲ 'ਚ ਹੈ ਕੀ ਹੈ, ਬਟ ਇੱਥੇ ਸਾਨੂੰ ਕੁਐਸਚਨ ਦੇ ਵਿੱਚ ਹੀ ਪਤਾ ਲੱਗ ਰਿਹਾ ਕਿ ਜਿਹੜਾ ਪੈਰਾਗ੍ਰਾਫ ਹੈ ਉਹ ਡਿਸੀਜ਼ਨ ਮੇਕਿੰਗ ਦੇ ਰਿਲੇਟਡ ਹੈਗਾ। ਸੋ ਤੁਸੀਂ ਉਸ ਤੋਂ ਬਾਅਦ ਪੈਰਾਗ੍ਰਾਫ ਨੂੰ ਰੀਡ ਕਰਨਾ ਤਾਂ ਕਿ ਤੁਹਾਨੂੰ ਇਹ ਪਤਾ ਲੱਗ ਜਾਏ ਕਿ ਉਹਦੇ ਵਿੱਚ ਉਹ ਕੀ ਕਹਿਣਾ ਚਾਹ ਰਿਹਾ।
ਨਾਓ ਪਹਿਲਾਂ ਆਪਾਂ ਪੈਰਾਗ੍ਰਾਫ ਨੂੰ ਰੀਡ ਕਰਦੇ ਹਾਂ ਤਾਂ ਉਸ ਤੋਂ ਬਾਅਦ ਆਨਸਰਸ ਨੂੰ ਚੈੱਕ ਕਰਦੇ ਹਾਂ। ਤੇ ਪੈਰਾਗ੍ਰਾਫ ਹੈਗਾ ਬਾਈ ਦੀ ਲਾਜ਼ ਆਫ ਪ੍ਰੋਬੇਬਿਲਿਟੀ most decisions made under pressure should be flawed ones, yet psychologists have found that people routinely make correct judgments most of the time, even with the limited information. One of Gladwell's surprising points is that we can actually learn how to make better snap judgments in the same way that we can learn logical, deliberative thinking. But first, we have to accept the idea that thinking long and hard about something does not always deliver us better results, and that the brain actually evolved to make us think on our feet. ਸੋ ਇਹਦੇ 'ਚ ਜਿਹੜੀ ਗੱਲ ਹੋਈ ਹੈ ਉਹ ਡਿਸੀਜ਼ਨ ਮੇਕਿੰਗ ਦੇ ਰਿਲੇਟਡ ਗੱਲ ਹੋਈ ਹੈ। ਤੇ ਉਹਦੇ ਵਿੱਚ ਉਹਨੇ ਇਹ ਗੱਲ ਕੀਤੀ ਹੈ ਕਿ ਜੇ ਅਸੀਂ ਅੰਡਰ ਪ੍ਰੈਸ਼ਰ ਕੋਈ ਡਿਸੀਜ਼ਨ ਲੈਂਦੇ ਹਾਂ ਤਾਂ ਉਹਦੇ 'ਚ ਮਤਲਬ ਸਾਡੀ ਜਿਹੜੀ ਜਜਮੈਂਟ ਹੁੰਦੀ ਹੈ ਉਹ ਅਸੀਂ ਜਲਦੀ ਕਿਸੇ ਚੀਜ਼ ਮਤਲਬ ਜੇ ਅਸੀਂ ਕਿਸੇ ਪ੍ਰੈਸ਼ਰ ਦੇ ਅੰਡਰ ਆ ਕੇ ਕੋਈ ਆਪਣਾ ਡਿਸੀਜ਼ਨ ਲੈ ਲਿਆ ਤੇ ਸਾਈਕੋਲੋਜਿਸਟ ਕਹਿੰਦੇ ਕਿ ਉਸ ਟਾਈਮ ਉਹ ਡਿਸੀਜ਼ਨ ਸਭ ਤੋਂ ਜ਼ਿਆਦਾ ਬੈਟਰ ਪ੍ਰੂਵ ਹੁੰਦਾ ਹੈ। ਈਵਨ ਕਿ ਜੇ ਤੁਸੀਂ ਬਹੁਤ ਜ਼ਿਆਦਾ ਸੋਚ ਰਹੇ ਹੋ ਮੇਕ ਬੈਟਰ ਸਨੈਪ ਜਜਮੈਂਟ ਇਨ ਦੀ ਸੇਮ ਵੇ ਵੀ ਕੈਨ ਲਰਨ ਲੌਜੀਕਲ ਡੈਲੀਬਰੇਟਿਵ ਥਿੰਕਿੰਗ। ਬਟ ਫਸਟ ਵੀ ਹੈਵ ਟੂ ਅਸੈਪਟ ਦੀ ਆਈਡੀਆ ਦੈਟ ਥਿੰਕਿੰਗ ਲੌਂਗ ਜੇ ਤੁਸੀਂ ਜ਼ਿਆਦਾ ਲੰਬੀ ਸੋਚ ਰੱਖ ਰਹੇ ਹੋ ਮਤਲਬ ਬਹੁਤ ਜ਼ਿਆਦਾ ਸੋਚ ਰਹੇ ਹੋ ਐਂਡ ਹਾਰਡ ਅਬਾਊਟ ਸਮਥਿੰਗ ਡਜ਼ ਨਾਟ ਆਲਵੇਜ਼ ਡਿਲੀਵਰ ਅਸ ਬੈਟਰ ਰਿਜ਼ਲਟਸ ਮੀਨਸ ਜੇ ਤਾਂ ਤੁਸੀਂ ਕਿਸੇ ਚੀਜ਼ ਦੇ ਅੰਡਰ ਆ ਕੇ ਕੋਈ ਪ੍ਰੈਸ਼ਰ 'ਚ ਆ ਕੇ ਕੋਈ ਡਿਸੀਜ਼ਨ ਲੈ ਰਹੇ ਹੋ ਔਰ ਕੁਇਕ ਡਿਸੀਜ਼ਨ ਲੈ ਰਹੇ ਹੋ ਤਾਂ ਉਹ ਬੈਟਰ ਹੈ ਚਾਹੇ ਤੁਹਾਡੇ ਕੋਲ ਕੋਈ ਲਿਮਿਟਿਡ ਇਨਫੋਰਮੇਸ਼ਨ ਹੈ ਈਵਨ ਵਿਦ ਦੀ ਲਿਮਿਟਿਡ ਇਨਫੋਰਮੇਸ਼ਨ। ਬਟ ਇਨ ਕੇਸ ਅਗਰ ਤੁਸੀਂ ਬਹੁਤ ਜ਼ਿਆਦਾ ਸੋਚ ਰਹੇ ਹੋ ਕਿਸੇ ਚੀਜ਼ ਬਾਰੇ ਤੇ ਉਨਾ ਹੀ ਤੁਸੀਂ ਹਾਰਡਲੀ ਉਹਨੂੰ ਡਿਸੀਜ਼ਨ ਤੁਹਾਡਾ ਜਿਹੜਾ ਹੋਏਗਾ ਉਹ ਜ਼ਿਆਦਾ ਬੈਟਰ ਨਹੀਂ ਹੋਏਗਾ ਉਹਦੇ ਰਿਜ਼ਲਟਸ ਜ਼ਿਆਦਾ ਬੈਟਰ ਨਹੀਂ ਹੋਣਗੇ। ਸੋ ਇਸ ਚੀਜ਼ ਦੀ ਉਹਦੇ ਵਿੱਚ ਗੱਲ ਕੀਤੀ ਗਈ ਹੈ ਇਸ ਪੈਰਾਗ੍ਰਾਫ ਦੇ ਵਿੱਚ। ਤੇ ਜਦੋਂ ਆਪਾਂ ਆਪਸ਼ਨਸ ਦੇਖਦੇ ਹਾਂ ਤਾਂ ਆਪਸ਼ਨ ਫਸਟ ਹੈ ਦੀ ਬ੍ਰੇਨ ਇਜ਼ ਡਿਜ਼ਾਈਨ ਟੂ ਅਨੇਬਲ ਕੁਇਕ ਡਿਸੀਜ਼ਨ ਮੇਕਿੰਗ ਮਤਲਬ ਸਾਡਾ ਦਿਮਾਗ ਇਸ ਤਰ੍ਹਾਂ ਹੈਗਾ ਕਿ ਅਸੀਂ ਜਲਦੀ ਡਿਸੀਜ਼ਨ ਲੈ ਸਕਦੇ ਹਾਂ ਉਹ ਸਾਡੀ ਅਬਿਲਿਟੀ ਹੈ। ਸੈਕਿੰਡ ਹੈ ਕੁਇਕ ਡਿਸੀਜ਼ਨ ਮੇਕਿੰਗ ਕੈਨ ਬੀ ਇੰਪਰੂਵਡ ਤੁਸੀਂ ਆਪਣੀ ਜਲਦੀ ਡਿਸੀਜ਼ਨ ਲੈਣ ਦੀ ਜਿਹੜੀ ਉਹ ਹੈਗੀ ਹੈ ਕੈਪੇਬਿਲਿਟੀ ਹੈ ਉਹਨੂੰ ਇੰਪਰੂਵ ਕਰ ਸਕਦੇ ਹੋ। ਥਰਡ ਆਪਸ਼ਨ ਹੈ ਕੁਇਕ ਡਿਸੀਜ਼ਨ ਮੇਕਿੰਗ ਰੂਟੀਨਲੀ ਲੀਡਸ ਟੂ ਐਰਰ ਮਤਲਬ ਜੇ ਤੁਸੀਂ ਜਲਦੀ ਡਿਸੀਜ਼ਨ ਲੈ ਰਹੇ ਹੋ ਤਾਂ ਉਹ ਐਰਰ ਆਉਂਦੇ ਆ ਉਹਦੇ 'ਚ ਜਾਂ ਨਹੀਂ ਆਉਂਦੇ ਮਤਲਬ ਉਹ ਐਰਰ ਆ ਰਹੇ ਨੇ। ਤੇ ਫੋਰਥ ਆਪਸ਼ਨ ਹੈ ਟੂ ਮੇਕ ਕਰੈਕਟ ਡਿਸੀਜ਼ਨਸ ਵੀ ਰਿਕੁਆਇਰ ਆਲ ਰੈਲੀਵੈਂਟ ਇਨਫੋਰਮੇਸ਼ਨ ਮਤਲਬ ਜੇ ਤੁਸੀਂ ਕਰੈਕਟ ਡਿਸੀਜ਼ਨ ਲੈਣਾ ਤਾਂ ਤੁਹਾਨੂੰ ਉਸ ਵਾਸਤੇ ਰੈਲੀਵੈਂਟ ਇਨਫੋਰਮੇਸ਼ਨ ਦੀ ਜ਼ਰੂਰਤ ਪੈਂਦੀ ਹੈ ਹਰ ਤਰ੍ਹਾਂ ਦੀ ਰੈਲੀਵੈਂਟ ਇਨਫੋਰਮੇਸ਼ਨ। ਤੇ ਨੈਕਸਟ ਹੈਗਾ ਥਿੰਕਿੰਗ ਥਿੰਗਸ ਥਰੂ ਥੋਰਲੀ ਵਿਲ ਲੀਡ ਟੂ ਗ੍ਰੇਟਰ ਸਕਸੈਸ ਮਤਲਬ ਜੇ ਤੁਸੀਂ ਬਹੁਤ ਜ਼ਿਆਦਾ ਸੋਚ ਵਿਚਾਰ ਕੇ ਥੋਰਲੀ ਮਤਲਬ ਸੋਚ ਰਹੇ ਹੋ ਕਿਸੇ ਚੀਜ਼ ਬਾਰੇ ਤਾਂ ਤੁਹਾਡਾ ਜਿਹੜੀ ਡਿਸੀਜ਼ਨ ਹੈ ਬਹੁਤ ਵਧੀਆ ਹੋਣਗੇ ਤੇ ਤੁਹਾਡੀ ਸਕਸੈਸ ਜਿਹੜੀ ਹੋਏਗੀ ਉਹ ਉਹਨਾਂ ਡਿਸੀਜ਼ਨ 'ਤੇ ਹੀ ਮਤਲਬ ਡਿਪੈਂਡ ਕਰੇਗੀ। ਤੇ ਇਹ ਆਪਸ਼ਨਸ ਨੇ ਬਟ ਮੇਰੇ ਅਕੋਰਡਿੰਗ ਜਿਹੜੀਆਂ ਇਹ ਆਪਸ਼ਨਸ ਨੇ ਥਿੰਕਿੰਗ ਥਿੰਗਸ ਥਰੂ ਥੋਰਲੀ ਵਿਲ ਲੀਡ ਟੂ ਗ੍ਰੇਟਰ ਸਕਸੈਸ ਤਾਂ ਇੱਥੇ ਕਿਤੇ ਇਸ ਚੀਜ਼ ਦੀ ਗੱਲ ਨਹੀਂ ਹੋਈ ਕਿ ਹਾਂ ਮਤਲਬ ਤੁਹਾਡਾ ਇਸ ਤਰ੍ਹਾਂ ਨਾਲ ਤੁਹਾਨੂੰ ਬਹੁਤ ਵਧੀਆ ਸਕਸੈਸ ਮਿਲੇਗੀ ਅਗਰ ਤੁਸੀਂ ਬਹੁਤ ਜ਼ਿਆਦਾ ਸੋਚ ਰਹੇ ਹੋ। ਸੋ ਈ ਇਜ਼ ਦੀ ਇਨਕਰੈਕਟ ਆਪਸ਼ਨ। ਤੇ ਉਸ ਤੋਂ ਬਾਅਦ ਆਪਾਂ ਕਹਿੰਦੇ ਹਾਂ ਨੈਕਸਟ ਆਪਸ਼ਨ ਤੇ ਟੂ ਮੇਕ ਕਰੈਕਟ ਡਿਸੀਜ਼ਨ ਵੀ ਰਿਕੁਆਇਰ ਆਲ ਰੈਲੀਵੈਂਟ ਇਨਫੋਰਮੇਸ਼ਨ ਮੀਨਸ ਜੇ ਤੁਸੀਂ ਵਧੀਆ ਡਿਸੀਜ਼ਨ ਸਹੀ ਡਿਸੀਜ਼ਨ ਲੈਣਾ ਤਾਂ ਤੁਹਾਡੇ ਕੋਲ ਰੈਲੀਵੈਂਟ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ। ਬਟ ਇੱਥੇ ਉਹਨੇ ਰੈਲੀਵੈਂਟ ਇਨਫੋਰਮੇਸ਼ਨ ਦੀ ਤਾਂ ਕਿਤੇ ਵੀ ਗੱਲ ਨਹੀਂ ਕਰੀ ਉਹਨੇ ਲਿਮਿਟਿਡ ਇਨਫੋਰਮੇਸ਼ਨ ਦੀ ਗੱਲ ਕਰੀ ਹੈ। ਸੋ ਰੈਲੀਵੈਂਟ ਇਨਫੋਰਮੇਸ਼ਨ ਇਜ਼ ਆਲਸੋ ਇਨਕਰੈਕਟ ਆਪਸ਼ਨ। ਫਿਰ ਉਸ ਤੋਂ ਬਾਅਦ ਆਪਾਂ ਸੀ ਆਪਸ਼ਨ ਤੇ ਜਾਂਦੇ ਹਾਂ ਕੁਇਕ ਡਿਸੀਜ਼ਨ ਮੇਕਿੰਗ ਰੂਟੀਨਲੀ ਲੀਡਸ ਟੂ ਐਰਰ ਮਤਲਬ ਜਿਹੜੀ ਕੁਇਕ ਡਿਸੀਜ਼ਨ ਦੀ ਅਬਿਲਿਟੀ ਹੈ ਉਹਦੇ ਨਾਲ ਜ਼ਿਆਦਾ ਐਰਰ ਆਉਂਦੇ ਨੇ। ਸੋ ਇੱਥੇ ਐਰਰਸ ਦੀ ਕੋਈ ਗੱਲ ਹੀ ਨਹੀਂ ਹੋਈ ਉਹਨੇ ਸਿਰਫ ਆਪਾਂ ਨੂੰ ਇੱਥੇ ਇਹੀ ਦੱਸਿਆ ਕਿ ਜੇ ਆਪਾਂ ਅੰਡਰ ਪ੍ਰੈਸ਼ਰ ਵੀ ਕੋਈ ਡਿਸੀਜ਼ਨ ਲੈ ਰਹੇ ਹਾਂ ਜੇ ਆਪਣੇ ਕੋਲ ਇਨਫੋਰਮੇਸ਼ਨ ਲਿਮਿਟਿਡ ਹੈ ਤਾਂ ਵੀ ਉਹ ਡਿਸੀਜ਼ਨ ਵਧੀਆ ਹੁੰਦੇ ਨੇ। ਸੋ ਇੱਥੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ। ਸੋ ਦਿਸ ਆਪਸ਼ਨ ਇਜ਼ ਆਲਸੋ ਇਨਕਰੈਕਟ। ਤੇ ਬਚਿਆ ਆਪਣੇ ਕੋਲ ਏ ਐਂਡ ਬੀ। ਇਹ ਆਪਸ਼ਨ ਹੈ ਦੀ ਬ੍ਰੇਨ ਇਜ਼ ਡਿਜ਼ਾਈਨ ਟੂ ਅਨੇਬਲ ਕੁਇਕ ਡਿਸੀਜ਼ਨ ਮੇਕਿੰਗ ਆਪਾਂ ਆਪਣੇ ਹਿਸਾਬ ਨਾਲ ਆਪਣੇ ਦਿਮਾਗ ਨੂੰ ਯੂਜ਼ ਕਰਕੇ ਡਿਸੀਜ਼ਨ ਲੈ ਸਕਦੇ ਹਾਂ। ਸੋ ਏ ਇਜ਼ ਦੀ ਕਰੈਕਟ ਆਪਸ਼ਨ। ਕੁਇਕ ਡਿਸੀਜ਼ਨ ਮੇਕਿੰਗ ਕੈਨ ਬੀ ਇੰਪਰੂਵਡ ਮਤਲਬ ਜੇ ਤੁਸੀਂ ਇੱਕ ਵਾਰ ਤੁਹਾਨੂੰ ਲੱਗ ਰਿਹਾ ਤੁਹਾਡਾ ਡਿਸੀਜ਼ਨ ਗਲਤ ਹੈ ਤਾਂ ਜ਼ਰੂਰੀ ਨਹੀਂ ਹੈ ਕਿ ਉਹ ਨੈਕਸਟ ਟਾਈਮ ਵੀ ਗਲਤ ਹੋਵੇ। ਸੋ ਯੂ ਕੈਨ ਇੰਪਰੂਵ ਦੀ ਕੁਇਕ ਡਿਸੀਜ਼ਨ ਮੇਕਿੰਗ। ਸੋ ਬੀ ਆਪਸ਼ਨ ਇਜ਼ ਆਲਸੋ ਕਰੈਕਟ। ਸੋ ਇਸ ਤਰ੍ਹਾਂ ਤੁਸੀਂ ਆਪਣੇ ਆਪਸ਼ਨਸ ਨੂੰ ਚੂਜ਼ ਕਰ ਸਕਦੇ ਆ। ਉਹਦੇ ਲਈ ਪਹਿਲਾਂ ਤੁਸੀਂ ਪੈਰਾਗ੍ਰਾਫ ਨੂੰ ਰੀਡ ਕਰਨਾ ਹੈ ਉਸ ਤੋਂ ਬਾਅਦ ਆਪਸ਼ਨਸ ਦੇਖਣੀਆਂ ਨੇ ਕਿ ਕਿਹੜੀਆਂ ਕਰੈਕਟ ਨੇ ਤੇ ਕਿਹੜੀਆਂ ਇਨਕਰੈਕਟ ਨੇ। ਸੋ ਅੱਜ ਦੇ ਲਈ ਸਿਰਫ ਇੰਨਾ ਹੀ ਸੀਗਾ।
ਉਸ ਤੋਂ ਬਾਅਦ ਵੀ ਜੇ ਤੁਹਾਨੂੰ ਕੋਈ ਡਾਊਟਸ ਨੇ MCQ ਮਲਟੀਪਲ ਆਨਸਰ 'ਚ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ, ਜਾਂ ਫਿਰ ਤੁਹਾਨੂੰ ਲੱਗਦਾ ਕਿ ਕੋਈ ਹੋਰ ਆਪਸ਼ਨ ਵੀ ਕਰੈਕਟ ਹੋ ਸਕਦੀ ਹੈ, ਸੋ ਤੁਸੀਂ ਉਹ ਵੀ ਡਿਸਕਸ ਕਰ ਸਕਦੇ ਹੋ। ਤੇ ਜੇ ਹਲੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹਨੂੰ ਸਬਸਕ੍ਰਾਈਬ ਕਰ ਦਿਓ, ਤੇ ਤੁਸੀਂ ਆਪਣੀਆਂ ਕੁਐਰੀਜ਼ ਮੈਨੂੰ ਮੇਲ ਵੀ ਕਰ ਸਕਦੇ ਹੋ, ਮੈਨੂੰ WhatsApp ਵੀ ਕਰ ਸਕਦੇ ਹੋ। ਐਂਡ ਥੈਂਕ ਯੂ ਸੋ ਮਚ ਫॉर ਵਾਚਿੰਗ ਦਿਸ ਵੀਡੀਓ।